कलकत्ता दरिंदगी तो बाद पूरे देश भर ਦੇ ਵਿੱਚ ਡਾਕਟਰ ਜਿਹੜੇ ਨੇ ਉਹ ਹੜਤਾਲ ਤੇ ਚਲੇ ਗਏ ਨੇ। ਤਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵੱਲੋਂ ਇੱਕ ਦਿਨ ਦੀ ਜਿਹੜੀ ਕਿ OPD ਸੇਵਾਵਾਂ ਜਿਹੜੀਆਂ ਨੇ ਉਹ ਬੰਦ ਰੱਖੀਆਂ ਗਏ ਨੇ। ਐਮਰਜੈਂਸੀ ਸੇਵਾਵਾਂ ਜ਼ਰੂਰ ਜਿਹੜੀਆਂ ਚਾਲੂ ਨੇ। ਤਾਂ ਦੇਸ਼ ਭਰ ਦੇ ਵਿੱਚ ਡਾਕਟਰਾਂ ਦੇ ਵਿੱਚ ਗੁੱਸਾ ਜਿਹੜਾ ਕਿ ਉਹ ਲਗਾਤਾਰ ਦੇਖਣ ਨੂੰ ਮਿਲ ਰਿਹਾ। ਤਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵੱਲੋਂ ਵੀ ਅੱਜ ਬੰਦ ਦੀ ਕੋਲ ਦਿੱਤੀ ਗਈ ਸੀ। ਸਿਰਫ ਚਾਹੇ ਸਰਕਾਰੀ ਡਾਕਟਰ ਦੀ ਗੱਲ ਕਰੀਏ ਜਾਂ ਫਿਰ ਪ੍ਰਾਈਵੇਟ ਡਾਕਟਰਾਂ ਦੀ ਗੱਲ ਕਰੀਏ ਤਾਂ ਸਿਰਫ ਐਮਰਜੈਂਸੀ ਸੇਵਾਵਾਂ ਹੀ ਜਿਹੜੀਆਂ ਨੇ ਉਹ ਸ਼ੁਰੂ ਕੀਤੀਆਂ ਗਈਆਂ ਨੇ। OPD ਸੇਵਾਵਾਂ ਮੁਕੰਮਲ ਤੌਰ ਤੇ ਬੰਦ ਕੀਤੀਆਂ ਗਈਆਂ ਨੇ। ਹਾਲਾਂਕਿ ਇਸ ਦਾ ਖਮਿਆਜਾ ਆਮ ਲੋਕਾਂ ਨੂੰ ਜ਼ਰੂਰ ਭੁਗਤਣਾ ਪੈ ਰਿਹਾ, ਪਰ ਡਾਕਟਰਾਂ ਦਾ ਇਹ ਕਹਿਣਾ ਜੇਕਰ ਡਾਕਟਰ ਹੀ ਹਸਪਤਾਲਾਂ ਦੇ ਵਿੱਚ ਸੇਫ ਨਹੀਂ ਨੇ ਤਾਂ ਲੋਕਾਂ ਦਾ ਇਲਾਜ ਕਿਵੇਂ ਕਰਨਗੇ। ਤਾਂ ਵੱਖ-ਵੱਖ ਹੋਰ ਵੀ ਆਪਣੇ ਮੁੱਦਿਆਂ ਨੂੰ ਲੈ ਕੇ ਅੱਜ ਇੱਕ ਦਿਨ ਦੀ ਜਿਹੜੀ ਕਿ ਹੜਤਾਲ ਤੇ ਡਾਕਟਰ ਨੇ ਉਤਰੇ ਹੋਏ ਨੇ। ਤਾਂ ਨਾਲ ਦੀ ਨਾਲ ਸੜਕਾਂ 'ਤੇ ਉਤਰਦੇ ਵੀ ਨਜ਼ਰ ਆ ਰਹੇ ਨੇ। ਤਾਂ ਗੱਲਬਾਤ ਵੀ ਕਰਾਂਗੇ। ਸਰ, ਇੱਕ ਦਿਨ ਦੀ OPD ਸੇਵਾਵਾਂ ਬੰਦ ਕੀਤੀਆਂ ਗਈਆਂ ਨੇ, ਵੱਖਰੇ ਤਰੀਕੇ ਨਾਲ ਤੁਸੀਂ ਰੋਸ ਹੈ ਜਿਹੜਾ ਕਿ ਜ਼ਾਹਰ ਕਰ ਰਹੇ ਹੋ, ਕਿਵੇਂ ਲੱਗ ਰਿਹਾ ਕਿ ਇਨਸਾਫ ਹੈ, ਕਿਉਂ ਨਹੀਂ ਮਿਲ ਰਿਹਾ? देखो, एक कहावत है, जुल्म करने वाला तो जुल्म कर ही रहा है, तो जुल्म सहन वाला जुल्म सह रहा है, पर जुल्म देख के जो चुप रह रहा है वो भी जुल्म कर रहा है। देखो, OPD बंद करने का रीज़न ये है कि ਜਿਹੜੇ ਪੇਸ਼ੈਂਟਸ ਆ ਉਹਨਾਂ ਨੂੰ ਅਵੇਅਰਨੈਸ ਮਿਲੇ ਅਸੀਂ ਕਿਉਂ ਬੰਦ ਕਰ ਰਹੇ ਹਾਂ। ਡਾਕਟਰ ਦੀ ਜਿਹੜੀ ਸੇਫਟੀ ਉਹ ਇਸ਼ੂ ਹੈ, ਬਹੁਤ ਸਾਲਾਂ ਤੋਂ ਇਸ਼ੂ ਹੈ ਤੇ ਕਦੇ ਰਿਜ਼ੋਲਵ ਨਹੀਂ ਹੋਇਆ। ਹੁਣ ਇੰਨਾ ਵੱਡਾ ਕ੍ਰਾਈਮ ਹੋਇਆ, 12 ਸਾਲ ਪਹਿਲਾਂ ਨਿਰਭਇਆ ਹੋਇਆ ਸੀ, ਹੁਣ ਫਿਰ ਉਸੇ ਲੈਵਲ ਦਾ ਇੱਕ ਕ੍ਰਾਈਮ ਹੋਇਆ। ਉਹ ਪੇਸ਼ੈਂਟਸ ਨੂੰ ਅਵੇਅਰਨੈਸ ਮਿਲਣੀ ਚਾਹੀਦੀ ਹੈ ਕਿ ਡਾਕਟਰਾਂ ਦੀ ਵੈਲਿਊ ਕੀ ਹੈ ਤੇ ਉਸ ਤੋਂ ਬਾਅਦ ਪਹਿਲਾਂ ਤਾਂ ਹਿਊਮੈਨਿਟੀ ਦੀ ਵੈਲਿਊ ਕੀ ਹੈ, ਇੱਕ ਹਿਊਮਨ ਲਾਈਫ ਦੀ ਵੈਲਿਊ ਕੀ ਹੈ। ਤੇ ਇਹ ਅੱਜ ਬਹੁਤ ਜ਼ਰੂਰੀ ਹੈ ਸਾਡੇ ਲਈ ਕਿ ਥੋੜ੍ਹੇ ਘੰਟੇ ਲਈ ਆਪਾਂ OPD ਬੰਦ ਕਰੀਏ ਤਾਂ ਕਿ ਪੇਸ਼ੈਂਟਸ ਉਹਨਾਂ ਨੂੰ ਪਤਾ ਲੱਗਣ ਕਿ ਕੀ ਡਾਕਟਰ ਕਿਸ ਆਪਾਂ ਕੀ ਗੁਜ਼ਰ ਰਹੇ ਹਾਂ ਡੇਲੀ ਬੇਸਿਸ ਤੇ ਸਾਡੇ ਨਾਲ ਕੀ ਹੋ ਰਿਹਾ। ਇੱਕ ਬੇਸਿਕ ਸੇਫਟੀ ਵੀ ਨਹੀਂ ਹੈ, ਇੱਕ ਬੇਸਿਕ ਹਿਊਮਨ ਰਾਈਟ ਹੈ। ਮੈਮ, ਕਿਵੇਂ ਲੱਗਦਾ ਇਕੱਲੇ ਡਾਕਟਰ ਹੀ ਨਹੀਂ, ਮਹਿਲਾਵਾਂ ਵੀ ਕੀ ਲੱਗਦਾ ਕਿ ਮਹਿਲਾਵਾਂ ਵੀ ਸੇਫ ਨਹੀਂ ਨੇ? ਸਰ ਦੇਖੋ, ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਤੁਸੀਂ ਕਿਸੇ ਮਰਜ਼ੀ ਨੂੰ ਪੁੱਛ ਕੇ ਦੇਖ ਲਓ ਵੀ ਕਿਸੇ ਨੂੰ ਈਵ ਟੀਜ਼ਿੰਗ ਨਾ ਹੋਈ ਹੋਵੇ। ਸੜਕ ਚੱਲਦਿਆਂ ਰਾਤ ਨੂੰ 8 ਵਜੇ ਤੋਂ ਬਾਅਦ ਕਿਸੇ ਕੁੜੀ ਦੇ ਮਾਪਿਓ ਉਹਨੂੰ ਅਲਾਓ ਕਰਦੇ ਹੋਣ ਕਿ ਹਾਂਜੀ ਜਾਓ ਤੁਸੀਂ, ਪਰ ਅੱਜ ਤੱਕ ਕਿਸੇ ਮੁੰਡੇ ਨੂੰ ਇਹ ਸਵਾਲ ਕਰਿਆ ਗਿਆ ਹੋਵੇ ਵੀ ਤੁਹਾਡੀ ਸੁਰੱਖਿਆ ਦੀ ਜ਼ਿੰਮੇਵਾਰੀ ਤੁਹਾਡੀ ਕੌਣ ਲੈ ਰਿਹਾ, ਤੁਹਾਡੀ ਸੁਰੱਖਿਆ ਦੀ ਜ਼ਿੰਮੇਵਾਰੀ ਅੱਜ ਤੱਕ ਕਿਸੇ ਮੁੰਡੇ ਨੂੰ ਘਰਦਿਆਂ ਨੇ ਇਹ ਸਵਾਲ ਕਰਿਆ ਹੋਵੇ। ਤਾਂ ਇਹੀ ਚੀਜ਼ ਇਟਸ ਵੈਰੀ ਐਵੀਡੈਂਟ ਕਿ ਸੁਸਾਇਟੀ ਦੇ ਵਿੱਚ ਕੁੜੀਆਂ ਕਿੰਨੀ ਜ਼ਿਆਦਾ ਅਨਸੇਫ ਹਨ। ਤੇ ਇਸ ਚੀਜ਼ ਨੂੰ ਕਿੱਦਾਂ ਬਦਲਿਆ ਜਾ ਸਕਦਾ ਹੈ ਕਿ ਇੱਕ ਇਹ ਸੋਚ ਦੀ ਗੱਲ ਹੈਗੀ ਹੈ, ਇੱਕ ਮੈਂਟੈਲਿਟੀ ਦੀ ਗੱਲ ਹੈਗੀ ਹੈ ਕਿ ਜੇ ਆਪਾਂ ਇੱਕ ਕੁੜੀ ਨੂੰ ਇੱਕ ਮਤਲਬ ਰਾਹ ਚੱਲਦੀ ਕੁੜੀ ਨੂੰ ਵੀ ਜੇ ਤੁਸੀਂ ਇਕੁਐਲਿਟੀ ਦੇ ਨਾਲ ਦੇਖਦੇ ਹੋ ਤਾਂ ਉਹਦੇ ਨਾਲ ਤੁਹਾਡੀ ਮੈਂਟੈਲਿਟੀ ਜੋ ਚੇਂਜ ਹੁੰਦੀ ਹੈ ਤਾਂ ਇਹ ਸਾਰੀ ਘਟਨਾਵਾਂ ਨਹੀਂ ਹੋਣਗੀਆਂ। ਤਾਂ ਇਸ ਚੀਜ਼ ਨੂੰ ਬਦਲਣ ਦੀ ਜ਼ਰੂਰਤ ਹੈ। ਉਹ ਕੀ ਮੰਗਾਂ ਨੇ ਤੁਹਾਡੀਆਂ ਹੁਣ? ਕਿਵੇਂ ਉਹ ਕੀ ਡਿਮਾਂਡ ਕੀ ਨੇ ਤੁਹਾਡੀਆਂ ਹੁਣ? ਵਰਕ ਪਲੇਸ ਸੇਫਟੀ ਸਰ, ਇਹ ਤਾਂ ਬਹੁਤ ਹੀ ਜ਼ਿਆਦਾ ਬੇਸਿਕ ਰਾਈਟ ਹੈਗਾ ਕਿਸੇ ਵੀ ਮਹਿਲਾ ਨੂੰ ਛੱਡੋ, ਕਿਸੇ ਵੀ ਇਨਸਾਨ ਜੋ ਇੱਕ ਕੰਮ ਕਰ ਰਿਹਾ, ਜੋ ਨਾਨ ਸਟਾਪ ਇੱਕ ਕੰਮ ਕਰ ਰਿਹਾ। ਵਰਕ ਪਲੇਸ ਸੇਫਟੀ ਇਜ਼ ਦ ਬੇਸਿਕ ਰਾਈਟ। ਇਹ ਜਿਹੜੀ ਹੱਤਿਆ ਹੋਈ ਹੈਗੀ ਹੈ, ਜਿਹੜਾ ਰੇਪ ਹੋਇਆ ਹੈਗਾ, ਗੈਂਗ ਰੇਪ ਹੋਇਆ ਹੈਗਾ, ਇਹਨੂੰ ਜਸਟਿਸ ਮਿਲਣੀ ਚਾਹੀਦੀ ਹੈ। ਜਿਹੜੇ ਗੁਨਾਹਗਾਰ ਨੇ ਉਹਨਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਨੇ ਟਾਈਮ 'ਤੇ, ਨਾ ਕਿ ਇੱਦਾਂ ਕਿ ਸਾਲੋਂ ਸਾਲ ਉਸ ਨੂੰ ਲਟਕਾਇਆ ਜਾਵੇ। ਬਿਲਕੁਲ ਕਿਹਾ ਜਾ ਰਿਹਾ ਜਲਦ ਤੋਂ ਜਲਦ ਜਿਹੜਾ ਕਿ ਇਨਸਾਫ ਮਿਲਣਾ ਚਾਹੀਦਾ। ਕੁਝ ਹੋਰ ਵੀ ਡਾਕਟਰ ਉੱਥੇ ਦੋਨੇ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ? ਡਾਕਟਰ ਦੀ ਗੱਲ ਨਹੀਂ ਹੈ ਕਿ ਲੱਗਦਾ कि महिलावां भी सेफ नहीं ने एक हॉस्पिटल के विच इस तरह की घटना वापर जानी? देखो, ऐसा है कि जैसे हॉस्पिटल्स में है ना, ज़्यादातर जैसे मैक्सिमम जो डॉक्टर्स काम कर रहे हैं वो अपना इतना टाइम देते हैं, अराउंड 36-40 आवर्स तक की ड्यूटी करते हैं। इतने थक जाते हैं कि उनको थोड़ा बहुत रेस्ट करने का टाइम मिलता है। तो उस रेस्ट करते समय कोई भी महिला डॉक्टर हो चाहे मेल डॉक्टर हो, उसको रेस्टिंग जहाँ रेस्ट कर रहे हैं वहाँ पे कम से कम इतना सेफ महसूस होना चाहिए। कम से कम उस हॉस्पिटल जो कि हमारी फैमिली होती है, एकदम फैमिली हाउस है हमारा, उस जगह पे भी हम सेफ़ नहीं होंगे तो बाहर कहाँ सेफ़ होंगे? हम केवल पब्लिक में ये मैसेज देने के लिए आज ये इकट्ठे हुए हैं, OPD हमने बंद किया है कि जस्ट कि पब्लिक को रियलाइज़ ये हो कि हम उनको बीमारियों से बचा सकते हैं, तो कम से कम वो हमको एक रेस्पेक्ट और एक हमको एक सेफ्टी प्रोवाइड कराएं जिससे कि हम उनके लिए दिन रात काम कर सकें। 36 आवर 40 आवर्स की ड्यूटी तभी हम करने के लिए पॉसिबल होगा जब हमें सेफ़ फील होगा। हमको थोड़ा सा इतना पब्लिक की तरफ से सपोर्ट मिलेगा कि कोई जो डे बाय डे वायलेंस होती है डॉक्टर्स पे, कम से कम वो ना हो। लोग हमें समझें कि भाई हम भी ह्यूमन बीइंग्स हैं, हम भी इंसान हैं, कि हमें भी है ना दर्द होता है, किसी पेशेंट की जान जाती है तो हम उसके साथ में खड़े होते हैं। तो ये नहीं है कि हमको पेशेंट की जान जा रही है तो हम पेशेंट के रिलेटिव्स को कुछ बोलेंगे या कुछ नहीं, फिर भी लोग हमारे ऊपर वायलेंस करते हैं। अभी जैसे कलकत्ता में जो इंसिडेंट्स हुआ, 36 आवर ड्यूटी करने के बाद में कोई रेजिडेंट यदि आवर्स और 2 आवर्स के लिए रेस्ट करने जा रहा है और उसे उसी के घर में सेफ़ नहीं
सेफ्टी नहीं मिली तो फिर उसको कहाँ सेफ्टी मिलेगी। वो तो महिला थी, इवन मेल को भी सेफ्टी इश्यूज़ होते हैं कभी कभी कि ना जाने कौन कहाँ से है ना अटैक करेगा, कौन कहाँ से वायलेंस करेगा, कौन कहाँ से कुछ अपशब्द बोलेगा। कितना भी कोशिश करते हैं हम, आए दिन हम इकट्ठे होते हैं, आए दिन वायलेंस होती है, आए दिन नए नए रूल्स के लिए है ना गवर्नमेंट भी वायदा करती है। प्रोटेस्ट यहीं पे रुकेगा या फिर आने वाले समय में आगे बढ़ेगा? हम तो चाहते हैं कि ये प्रोटेस्ट जब तक रहे, जब तक है ना कम से कम सेफ्टी इश्यूज़ जो हैं वो रिजॉल्व ना हो जाएं और गवर्नमेंट की तरफ से कोई एक पर्टिकुलर लॉ न क्रिएट किया जाए। लाइक जैसे हम सीपीए के लिए बोलते हैं कि सीपीए आना चाहिए, तो एटलीस्ट कम से कम वो लॉ ना आ जाए और वो कम से कम एक्टिंग कंडीशन में ना हो। कम से कम उसमें कोई वायलेंस करता है और उसके तहत उसको कम से कम सज़ा तो मिलनी चाहिए, जिससे कि पब्लिक में एक मैसेज जाए कि हाँ डॉक्टर पे कोई क्रिमिनल ऑफेंस करेगा या वायलेंस करेगा तो उसको सज़ा मिलेगी। केवल ऑन पेपर रूल बनाने का कोई फ़ायदा नहीं। बिल्कुल, कुछ और डॉक्टर भी इतने मौजूद ने। डॉक्टर अपनी जगह सही है, प्रोटेस्ट कर रहे हैं ओपीडी बंद करके, लेकिन क्या लगता है जो कुछ लोगों ने दरिंदगी की है उन्होंने तो कर दी, उनका खमियाजा आम लोगों को ही भुगतना पड़ रहा है। आम लोगों को नहीं भुगतना पड़ रहा है। हम लोगों ने कोई इमरजेंसी नहीं शट डाउन की है, कोई ऑपरेशंस को नहीं कैंसिल किया है। अगर एक दिन के लिए पेशेंट्स को अगर नॉर्मल रेगुलर कंडीशंस के लिए वेट करना पड़ रहा है तो हम जो इतने सालों से इतनी तकलीफ सह रहे हैं वो उसके आगे कुछ भी नहीं है। उन्होंने जो काम किया वो आप कह रहे हैं कि वो कर दिया, बट हम ये चाहते हैं कि आगे कभी किसी के साथ ऐसा ना हो। उसके लिए ये आवाज़ रोका कैसे जाएगा? इसको रोका, लोगों को सबसे पहले समझना ज़रूरी है कि अवेयरनेस होनी चाहिए। अभी भी बहुत सारे लोग हैं जिनको शायद इतने डिटेल में पता ही नहीं है कि क्या हुआ, हम लोग क्यों इतनी ज़ोर से अपनी आवाज़ उठा रहे हैं। तो हम चाहते हैं कि सबको पता चले और रोका इससे जाएगा कि जो हॉस्पिटल अथॉरिटीज़ हैं, सिर्फ हॉस्पिटल नहीं, जहाँ भी फीमेल्स काम करती हैं वहाँ पे उनकी सिक्योरिटी पे ध्यान दिया जाए और कैमराज लगे हों। और सबसे ज़्यादा ज़रूरी है कि जो गवर्नमेंट है वो स्ट्रिक्ट पनिशमेंट दे जो भी इसके अक्यूज़्ड होते हैं उसको, क्योंकि हम ये एक डॉक्टर के साथ हुआ, हम लोग आवाज़ उठा रहे हैं, बट जैसे मीटिंग में इतना डिस्कस हुआ कि इंडिया में 6 रेप्स रिपोर्ट होते हैं रोज़, और ये तो सिर्फ रिपोर्ट होते हैं। तो हम चाहते हैं ऐसा किसी के साथ भी ना हो, हम आवाज़ इसलिए उठा रहे हैं। बिल्कुल, जिथे डॉक्टਰਾਂ ਦੀ ਸੁਰੱਖਿਆ ਦਾ ਮੁੱਦਾ ਉੱਥੇ ਇਹ ਵੀ ਕਹਿ ਰਹੇ ਨੇ ਕਿ ਮਹਿਲਾਵਾਂ ਚਾਹੇ ਉਹ ਡਾਕਟਰ ਨੇ ਜਾਂ ਫਿਰ ਕਿਸੇ ਵੀ ਫੀਲਡ ਦੇ ਵਿੱਚ ਕੰਮ ਕਰ ਰਹੀਆਂ ਨੇ, ਉਹਨਾਂ ਦੀ ਸੇਫਟੀ ਹੋਣੀ ਬਹੁਤ ਜ਼ਰੂਰੀ ਹੈ। ਤਾਂ ਇਸੇ ਨੂੰ ਲੈ ਕੇ ਲਗਾਤਾਰ ਜਿਹੜੀ ਕਿ ਮੰਗ ਉਹ ਕੀਤੀ ਜਾ ਰਹੀ ਹੈ। ਤਾਂ ਇਹ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਓਪੀਡੀ ਸੇਵਾਵਾਂ ਬੰਦ ਹੋਣ ਦੇ ਕਾਰਨ ਜਿੱਥੇ ਆਮ ਲੋਕਾਂ ਨੂੰ ਖਮਿਆਜਾ ਭੁਗਤਣਾ ਪੈ ਰਿਹਾ, ਪਰ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਅਸੀਂ ਵੀ ਆਪਣੇ ਹੱਕਾਂ ਦੇ ਲਈ, ਆਪਣੀ ਸੇਫਟੀ ਦੇ ਲਈ ਜਿਹੜੀ ਕਿ ਇਹ ਲੜਾਈ ਹੈ ਉਹ ਲੜ ਰਹੇ ਹਾਂ। ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਵੱਲੋਂ ਇਸ ਦੇ ਵਿੱਚ ਕਿਸ ਤਰ੍ਹਾਂ ਦਾ ਐਕਸ਼ਨ ਉਹ ਲਿਆ ਜਾਂਦਾ। ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਦਿਕਪਾਲ, दैनिक सवेरा, लुधियाना। देश दुनिया की हर खबर सबसे पहले देखने के लिए फॉलो करें दैनिक सवेरा टीवी, यूट्यूब, फेसबुक, इंस्टाग्राम, एक्स और व्हाट्सएप चैनल पर।